ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਬਰਨ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਭਾਰਤ ਨਾਲ ਸਿੱਖਿਆ ਵਪਾਰ ਲਈ ਵੀਜ਼ਾ ਅੜਚਨਾਂ ਨੂੰ ਦੂਰ ਕਰਨਾ ਪਏਗਾ ਅਮਰੀਕਾ ਨੂੰ। ਨਵਜੋਤ ਸਿੰਘ ਸਿੱਧੂ ਨੇ ਫਿਰ ਤੋਂ ਘੇਰੀ ਕੈਪਟਨ ਸਰਕਾਰ। 90,000 ਵਿਦਿਆਰਥੀਆਂ ਅਤੇ ਆਰਜ਼ੀ ਕਾਮਿਆਂ ਨੂੰ ਪੱਕਾ ਕਰੇਗੀ ਕੈਨੇਡਾ ਸਰਕਾਰ। ਬਾਈਡਨ ਨੇ 2 ਭਾਰਤੀ ਅਮਰੀਕੀ ਔਰਤਾਂ ਨੂੰ ਪ੍ਰਸ਼ਾਸਨ ਵਿੱਚ ਦਿੱਤੀ ਅਹਿਮ ਜ਼ਿੰਮੇਵਾਰੀ। ਅਮਰੀਕੀ ਸੰਸਥਾ ਨੇ ਭਾਰਤੀ ਨੂੰ ਬਣਾਇਆ ਕਾਰਜਕਾਰੀ ਡਾਇਰੈਕਟਰ। ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਐਜੂਕੇਸ਼ਨ ਸੈਕਟਰ ਵਿੱਚ ਭਾਰਤ ਨਾਲ ਵਪਾਰ ਵਿੱਚ ਤੇਜ਼ੀ ਲਿਆਉਣ ਲਈ ਅਮਰੀਕਾ ਨੂੰ ਆਪਣੀ ਵੀਜ਼ਾ ਪਾਲਿਸੀ ਵਿੱਚ ਤਬਦੀਲੀ ਕਰਨੀ ਪਵੇਗੀ। ਇਸ ਲਈ ਵਾਸ਼ਿੰਗਟਨ ਨੂੰ ਵੀਜ਼ਾ 'ਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਦੂਰ ਕਰਨਾ ਪਵੇਗਾ। US ਇੰਡੀਆ ਸਟ੍ਰੈਟੇਜਿਕ ਐਂਡ ਪਾਰਟਨਰਸ਼ਿਪ ਫੋਰਮ ਨੇ ਕਿਹਾ ਕਿ 2019-20 ਦੇ ਸਿੱਖਿਆ ਸੈਸ਼ਨ 'ਚ ਭਾਰਤ ਇੰਟਰਨੈਸ਼ਨਲ ਸਟੂਡੈਂਟ ਦੇ ਮਾਮਲੇ 'ਚ ਵਿਸ਼ਵ 'ਚ ਦੂਜੇ ਨੰਬਰ ਤੇ ਸੀ। ਹਾਲਾਂਕਿ ਇਸ ਵਾਰ 4% ਦੀ ਗਿਰਾਵਟ ਤੋਂ ਬਾਅਦ ਵੀ 1,93,000 ਤੋਂ ਜ਼ਿਆਦਾ ਵਿਦਿਆਰਥੀ ਅਮਰੀਕਾ ਗਏ ਸੀ। ਇਸ ਦਾ ਆਧਾਰ ਓਪਨ ਡੋਰ ਰਿਪੋਰਟ 2020 ਹੈ। ਰਿਪੋਰਟ ਨੂੰ ਅਮਰੀਕੀ ਵਿਦੇਸ਼ ਮੰਤਰਾਲੇ ਨੇ ਜਾਰੀ ਕੀਤਾ ਹੈ। ਫੋਰਮ ਨੇ ਕਿਹਾ ਕਿ ਵੀਜ਼ਾ ਦੀ ਪ੍ਰਕਿਰਿਆ 'ਚ ਦਿੱਕਤਾਂ ਨੂੰ ਦੂਰ ਕਰਕੇ ਵਿਦਿਆਰਥੀਆਂ ਦੀ ਆਵਾਜਾਈ ਨੂੰ ਆਸਾਨ ਬਣਾਉਣ ਨਾਲ ਐਜੂਕੇਸ਼ਨ ਸੈਕਟਰ ਵਿੱਚ ਅਮਰੀਕਾ ਨੂੰ ਮਜ਼ਬੂਤੀ ਮਿਲੇਗੀ। ਇਸ ਨਾਲ ਦੋਵੇਂ ਹੀ ਦੇਸ਼ਾਂ ਨੂੰ ਫਾਇਦਾ ਹੋਵੇਗਾ। ਭਾਰਤੀਆਂ ਨੂੰ ਆਪਣੀ ਨੌਕਰੀ ਸੁਰੱਖਿਅਤ ਕਰਨ ਵਿੱਚ ਮਦਦ ਮਿਲੇਗੀ। ਇਹ ਰਿਪੋਰਟ ਹਾਲ ਵਿੱਚ ਅਮਰੀਕੀ ਗ੍ਰਹਿ ਮੰਤਰਾਲੇ ਦੇ ਸਿੱਖਿਆ ਅਤੇ ਸੱਭਿਆਚਾਰ ਮਾਮਲਿਆਂ ਅਤੇ ਕੌਮਾਂਤਰੀ ਸਿੱਖਿਆ ਸੰਸਥਾਨ ਦੇ ਬਿਊਰੋ ਨੇ ਜਾਰੀ ਕੀਤੀ ਸੀ। US ਇੰਡੀਆ ਸਟ੍ਰੈਟੇਜਿਕ ਐਂਡ ਪਾਰਟਨਰਸ਼ਿਪ ਫੋਰਮ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੇ ਵਿੱਚ ਲਗਾਤਾਰ ਵਪਾਰ ਅਤੇ ਨਿਵੇਸ਼ ਦੇ ਲਿਹਾਜ਼ ਨਾਲ ਉੱਚ ਸਿੱਖਿਆ ਖੇਤਰ ਵਿੱਚ ਅਪਾਰ ਸੰਭਾਵਨਾਵਾਂ ਹਨ ਅਤੇ ਜੋ ਦੋਵੇਂ ਦੇਸ਼ਾਂ ਦੀ ਆਰਥਿਕ ਵਾਧੇ ਦੇ ਲਿਹਾਜ਼ ਨਾਲ ਵੀ ਮਹੱਤਵਪੂਰਨ ਹੈ। ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਤੋਂ ਆਪਣੀ ਹੀ ਸਰਕਾਰ ਤੇ ਹਮਲਾ ਸਾਧਦੇ ਨਜ਼ਰ ਆਏ। ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਸਿੱਧੂ ਨੇ ਕੈਪਟਨ ਸਰਕਾਰ ਤੇ ਹਮਲਾ ਬੋਲਦਿਆਂ ਕਿਹਾ ਕਿ ਸੂਬਾ ਸਰਕਾਰ ਡਰੱਗਸ ਤੇ ਬੇਅਦਬੀ ਮਾਮਲਿਆਂ 'ਚ ਲੋਕਾਂ ਨੂੰ ਇਨਸਾਫ ਦੇਣ ਵਿੱਚ ਨਾਕਾਮਯਾਬ ਰਹੀ। ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ 2017 ਵਿੱਚ 2 ਵੱਡੇ ਮੁੱਦਿਆਂ ਕਰਕੇ ਪੰਜਾਬ ਵਿੱਚ ਸਰਕਾਰ ਬਦਲੀ ਸੀ। ਸਰਕਾਰ ਬਦਲਣ ਦੇ 4 ਸਾਲ ਬਾਅਦ ਵੀ ਇਹ ਦੋਵੇਂ ਮੁੱਦੇ ਇਸੇ ਤਰ੍ਹਾਂ ਹੀ ਨੇ। ਦੋਵਾਂ 'ਚ ਕੁਝ ਨਹੀਂ ਬਦਲਿਆ। ਲੋਕਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ। ਨਵਜੋਤ ਸਿੱਧੂ ਨੇ ਕਿਹਾ ਕਿ STF ਦੀ ਰਿਪੋਰਟ ਤੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਉਧਰ ਸਰਕਾਰ ਬੇਅਦਬੀ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਉਹਨਾਂ ਨੇ ਕਿਹਾ ਕਿ ਅਕਸਰ ਕਸੂਰਵਾਰਾਂ ਨੂੰ ਫੜਿਆ ਨਹੀਂ ਗਿਆ ਤੇ ਲੋਕ ਅੱਜ ਵੀ ਇਨਸਾਫ ਦਾ ਇੰਤਜ਼ਾਰ ਕਰ ਰਹੇ ਨੇ। ਸਿੱਧੂ ਨੇ ਕਿਹਾ ਕਿ ਦੋਵੇਂ ਮਾਮਲਿਆਂ 'ਚ ਟੌਪ ਦੇ ਲੋਕਾਂ ਤੇ ਸ਼ਿਕੰਜਾ ਨਹੀਂ ਕੱਸਿਆ ਜਾਂਦਾ, ਜਿਸ ਕਰਕੇ ਸਰਕਾਰ ਲੋਕਾਂ 'ਚ ਆਪਣਾ ਯਕੀਨ ਗੁਆ ਚੁੱਕੀ ਹੈ। ਉਹਨਾਂ ਆਪਣੀ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਕੋਟਕਪੂਰਾ ਕਾਂਡ ਵੇਲੇ ਤਤਕਾਲੀ ਮੁੱਖ ਮੰਤਰੀ ਨੇ DGP ਨੂੰ ਕੀ ਆਦੇਸ਼ ਦਿੱਤੇ ਸੀ? ਸਿਆਸੀ ਲੋਕਾਂ ਨੂੰ ਜਾਂਚ ਵਿੱਚ ਕਿਉਂ ਬਖਸ਼ਿਆ ਜਾਂਦਾ ਹੈ? ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਲਏ ਬਗੈਰ ਨਿਸ਼ਾਨਾ ਸਾਧਿਆ। ਭਾਈ ਜੀ 2017 ਦੇ ਵਿੱਚ 2 ਵੱਡੇ ਮੁੱਦਿਆਂ ਦੇ ਉੱਤੇ ਇੱਕ ਸਰਕਾਰ ਲਾਈ ਗਈ ਸੀ ਤੇ ਦੂਜੀ ਸਰਕਾਰ ਬਣਾਈ ਗਈ ਸੀ। ਉਹ 2 ਵੱਡੇ ਮੁੱਦੇ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਤੇ ਦੂਜਾ ਚਿੱਟਾ ਵੇਚਣ ਵਾਲਿਆਂ ਨੂੰ, ਜਿਨ੍ਹਾਂ ਸਾਡੀ ਜਵਾਨੀ ਤੇ ਕਲੰਕ ਲਾਇਆ, ਉਹਨਾਂ ਨੂੰ ਸਜ਼ਾ ਯਾਫਤਾ ਕਰਨਾ। ਅੱਜ ਵੀ ਜੇ ਤੁਸੀਂ ਇਨਸਾਫ ਦਾ ਮੁੱਲ ਪੁੱਛਣਾ ਹੋਵੇ ਨਾ ਤੇ ਉਹਨਾਂ ਤੋਂ ਪੁੱਛੋ ਜਿਨ੍ਹਾਂ ਨਾਲ ਬੇਇਨਸਾਫੀ ਹੋਈ। ਪੰਜਾਬ ਦੇ ਲੋਕ ਅੱਜ ਵੀ ਗੁਰੂ ਦੇ ਬੇਅਦਬੀ ਦੇ ਇਨਸਾਫ ਨੂੰ ਉਡੀਕਦੇ ਤੇ ਜੇ ਸੱਚ ਪੁੱਛੋ, ਮੈਂ ਹਮੇਸ਼ਾ ਸੱਚ ਦੇ ਪੈਰਾਂ ਤੇ ਜੇ ਸੱਚ ਪੁੱਛੋ ਉਮੀਦ ਛੱਡੀ ਬੈਠੇ 6 ਸਾਲ। ਅੱਜ ਵੀ ਆਸ ਨਾਲ ਜਿਨ੍ਹਾਂ ਮੁੱਦਿਆਂ ਤੇ ਸਰਕਾਰ ਬਣਾਈ ਸੀ ਪੰਜਾਬ ਦੇ ਲੋਕਾਂ ਨੇ, ਉਹ ਸਵਾਲ ਬਣੇ ਖੜੇ ਸਾਡੇ ਕੋਲ। ਉਹ ਸਵਾਲ ਨੇ ਔਰ ਲੋਕ ਠੱਗੇ ਮਹਿਸੂਸ ਕਰਦੇ ਕਿਉਂਕਿ ਉਹਨਾਂ ਸਵਾਲਾਂ ਦੇ ਕੋਈ ਉੱਤਰ ਨਹੀਂ ਮਿਲੇ। ਪਹਿਲਾਂ मैं उन्होंने आना
ਜਿਹੜਾ ਚਿੱਟੇ ਦਾ ਦਰਿਆ ਬੁਲਾਇਆ ਪੰਜਾਬ 'ਚ। ਔਰ ਪੀੜ੍ਹੀ ਉਸ ਕਗਾਰ ਤੇ ਖੜੀ ਕਰਤੀ ਵੀ ਲੋਕ ਕਹਿਣਗੇ ਲੋਕ ਕੈਨੇਡਾ ਸਰਕਾਰ ਮੌਜੂਦਾ ਵਰ੍ਹੇ ਦੌਰਾਨ 4 ਲੱਖ ਪ੍ਰਵਾਸੀਆਂ ਨੂੰ PR ਦੇਣ ਦਾ ਟੀਚਾ ਪੂਰਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਜੀ ਹਾਂ, ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡਸੀਨੋ ਵੱਲੋਂ ਕੀਤੇ ਤਾਜ਼ਾ ਐਲਾਨ ਮੁਤਾਬਕ 90,000 ਕੌਮਾਂਤਰੀ ਵਿਦਿਆਰਥੀਆਂ ਅਤੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਵਿਸ਼ੇਸ਼ ਯੋਜਨਾ ਤਹਿਤ ਪੱਕਾ ਕਰਨ ਦਾ ਐਲਾਨ ਕੀਤਾ ਗਿਆ ਹੈ। ਜਨਵਰੀ 2017 ਤੋਂ ਬਾਅਦ ਪੋਸਟ ਸੈਕੰਡਰੀ ਕੋਰਸ ਮੁਕੰਮਲ ਕਰਨ ਵਾਲੇ ਵਿਦਿਆਰਥੀ ਇਸ ਯੋਜਨਾ ਦੇ ਘੇਰੇ ਵਿੱਚ ਆਉਣਗੇ, ਬਸ਼ਰਤੇ ਉਹ ਇਸ ਵੇਲੇ ਨੌਕਰੀ ਕਰ ਰਹੇ ਹੋਣ। ਕੈਨੇਡਾ ਸਰਕਾਰ ਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿਹੜੇ ਖੇਤਰ ਵਿੱਚ ਨੌਕਰੀ ਕਰ ਰਹੇ ਨੇ। ਦੂਜੇ ਪਾਸੇ ਅਰਜ਼ੀ ਵਿਦੇਸ਼ੀ ਕਾਮਿਆਂ ਦੇ ਮਾਮਲੇ ਵਿੱਚ 40 ਹੈਲਥ ਕੇਅਰ ਕਿੱਤਿਆਂ ਵਜੋਂ ਕਿਸੇ ਇੱਕ ਵਿੱਚ ਘੱਟੋ ਘੱਟ 1 ਸਾਲ ਦਾ ਤਜਰਬਾ ਰੱਖਣ ਵਾਲਿਆਂ ਨੂੰ PR ਲਈ ਵਿਚਾਰਿਆ ਜਾਵੇਗਾ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੀ ਟੀਮ ਵਿੱਚ ਸ਼ਾਮਲ 2 ਭਾਰਤੀ ਅਮਰੀਕੀ ਔਰਤਾਂ ਨੂੰ ਉੱਚ ਪ੍ਰਸ਼ਾਸਨਿਕ ਅਹੁਦਿਆਂ ਤੇ ਨਾਮਜ਼ਦ ਕਰਨ ਦਾ ਫੈਸਲਾ ਲਿਆ ਹੈ, ਜਿਨ੍ਹਾਂ ਵਿੱਚ ਇੱਕ ਸੀਨੀਅਰ ਵਕੀਲ ਅਤੇ ਦੂਜੀ ਕਾਰਜਕਾਰੀ ਅਧਿਕਾਰੀ ਹੈ। ਰਾਸ਼ਟਰਪਤੀ ਦੇ ਇਸ ਫੈਸਲੇ ਨੂੰ ਭਾਰਤੀ ਮੂਲ ਦੀ ਅਮਰੀਕੀ ਮੀਰਾ ਜੋਸ਼ੀ ਅਤੇ ਰਾਧਿਕਾ ਫੋਕਸ ਦੀ ਤਰੱਕੀ ਦੇ ਤੌਰ ਤੇ ਵੇਖਿਆ ਜਾ ਰਿਹਾ ਹੈ, ਜੋ 20 ਜਨਵਰੀ ਨੂੰ ਬਾਈਡਨ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਤੋਂ ਹੀ ਪ੍ਰਸ਼ਾਸਨ ਵਿੱਚ ਸ਼ਾਮਲ ਹੋ ਗਈਆਂ ਸਨ। ਜੋਸ਼ ਨੂੰ ਵਾਤਾਵਰਣ ਵਿਭਾਗ ਵਿੱਚ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਪ੍ਰਸ਼ਾਸਕ ਦੇ ਤੌਰ ਤੇ ਨਾਮਜ਼ਦ ਕੀਤਾ ਗਿਆ ਹੈ, ਜਦਕਿ ਰਾਧਿਕਾ ਫੋਕਸ ਜਲ ਅਤੇ ਵਾਤਾਵਰਣ ਸੁਰੱਖਿਆ ਏਜੰਸੀ ਦੀ ਸਹਿ ਪ੍ਰਸ਼ਾਸਕ ਹੋਵੇਗੀ। ਜੋਸ਼ੀ ਨੂੰ 20 ਜਨਵਰੀ 2021 ਨੂੰ ਫੈਡਰਲ ਮੋਟਰ ਵਾਹਨ ਸੁਰੱਖਿਆ ਪ੍ਰਸ਼ਾਸਨ ਦੇ ਉਪ ਪ੍ਰਸ਼ਾਸਕ ਅਤੇ ਸੀਨੀਅਰ ਅਧਿਕਾਰੀ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ ਸੀ। ਉਸੇ ਦਿਨ ਬਾਈਡਨ ਨੇ ਜਲ ਵਾਤਾਵਰਣ ਸੁਰੱਖਿਆ ਏਜੰਸੀ ਲਈ ਪ੍ਰਧਾਨ ਉਪ ਸਹਾਇਕ ਪ੍ਰਸ਼ਾਸਕ ਦੇ ਅਹੁਦੇ ਤੇ ਰਾਧਿਕਾ ਫੋਕਸ ਨੂੰ ਨਿਯੁਕਤ ਕੀਤਾ ਸੀ। ਬਾਈਡਨ ਨੇ ਵਾਤਾਵਰਣ ਸੁਰੱਖਿਆ ਏਜੰਸੀ ਦੇ ਮੁਖੀ ਵਿੱਤੀ ਅਧਿਕਾਰੀ ਲਈ ਫੈਸਲ ਅਮੀਨ ਨੂੰ ਨਾਮਜ਼ਦ ਕਰਨ ਦੇ ਆਪਣੇ ਇਰਾਦੇ ਦਾ ਵੀ ਐਲਾਨ ਕੀਤਾ। ਅਮੀਨ ਮੌਜੂਦਾ ਸਮੇਂ ਰਾਸ਼ਟਰਪਤੀ ਦੇ ਕਾਰਜਕਾਰੀ ਦਫ਼ਤਰ ਵਿੱਚ ਪ੍ਰਸ਼ਾਸਨ ਦੇ ਉਪ ਡਾਇਰੈਕਟਰ ਦੇ ਅਹੁਦੇ ਤੇ ਤੈਨਾਤ ਹੈ। ਭਾਰਤ ਵਿੱਚ ਵਿਰਵੇ ਬੱਚਿਆਂ ਨੂੰ ਉੱਚ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦੇ ਖੇਤਰ ਵਿੱਚ ਕੰਮ ਕਰਨ ਵਾਲੀ ਇੱਕ ਅਮਰੀਕੀ ਗੈਰ ਲਾਭਕਾਰੀ ਸੰਸਥਾ ਨੇ ਭਾਰਤੀ ਮੂਲ ਦੇ ਵਿਅਕਤੀ ਨੂੰ ਕਾਰਜਕਾਰੀ ਡਾਇਰੈਕਟਰ ਨਿਯੁਕਤ ਕੀਤਾ ਹੈ। ਸਥਾਨਕ ਆਕਾਂਕਸ਼ਾ ਐਜੂਕੇਸ਼ਨ ਫੰਡ ਨੇ ਦੱਸਿਆ ਕਿ ਸੇਜਲ ਦੇਸਾਈ ਸੰਸਥਾ ਦੀ ਕਾਰਜਕਾਰੀ ਡਾਇਰੈਕਟਰ ਹੋਵੇਗੀ। ਸੰਸਥਾ ਨੇ ਬਿਆਨ ਜਾਰੀ ਕਰਦਿਆਂ ਕਿਹਾ, ਦੇਸਾਈ ਦਾ 30 ਸਾਲ ਦਾ ਤਜਰਬਾ ਹੈ ਅਤੇ ਉਹ ਹਾਲ ਹੀ 'ਚ ਆਕਾਂਕਸ਼ਾ ਪਰਿਵਾਰ 'ਚ ਸ਼ਾਮਲ ਹੋਈ, ਜਿੱਥੇ ਉਹਨਾਂ ਇੱਕ ਰਣਨੀਤਿਕ ਪਹਿਲ ਦੀ ਅਗਵਾਈ ਕੀਤੀ ਸੀ। ਸੇਜਲ ਦੇਸਾਈ ਕਰੀਬ 20 ਸਾਲ ਤੱਕ ਬੰਬਈ ਰਹੀ ਅਤੇ ਉਹਨਾਂ ਨੇ ਉੱਥੇ ਮਜ਼ਬੂਤ ਪਰਿਵਾਰਕ ਤੇ ਪੇਸ਼ਵਾਰਾਨਾ ਸੰਬੰਧ ਹਨ। ਜ਼ਿਕਰਯੋਗ ਹੈ ਕਿ ਆਕਾਂਕਸ਼ਾ ਐਜੂਕੇਸ਼ਨ ਫੰਡ ਵੱਲੋਂ ਆਕਾਂਕਸ਼ਾ ਫਾਊਂਡੇਸ਼ਨ ਲਈ ਫੰਡ ਇਕੱਠੇ ਕੀਤੇ ਜਾਂਦੇ ਨੇ। 25 ਅਪ੍ਰੈਲ 2021 ਨੂੰ ਹੋਣ ਵਾਲੀਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ। ਇਨ੍ਹਾਂ ਚੋਣਾਂ ਵਿੱਚ ਇਸ ਵਾਰ 7 ਪਾਰਟੀਆਂ ਚੋਣ ਮੈਦਾਨ 'ਚ ਆਪੋ ਆਪਣੇ ਉਮੀਦਵਾਰਾਂ ਨਾਲ ਉਤਰਨੀਆਂ ਹਨ। ਚੋਣਾਂ 25 ਅਪ੍ਰੈਲ ਨੂੰ ਹੋਣਗੀਆਂ, ਜਿਸ ਦੀ ਗਿਣਤੀ 28 ਅਪ੍ਰੈਲ ਨੂੰ ਹੋਵੇਗੀ। 29 ਅਪ੍ਰੈਲ ਨੂੰ ਚੁਣੇ ਹੋਏ ਉਮੀਦਵਾਰਾਂ ਦੀ ਕਮੇਟੀ ਨਿਯੁਕਤੀ ਲਈ ਕਾਰਵਾਈ ਕੀਤੀ ਜਾਵੇਗੀ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਹਨ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਿੱਲੀ ਦੇ ਸਿੱਖਾਂ ਦੀ ਧਾਰਮਿਕ ਸੰਸਥਾ ਹੈ, ਜਿਹੜੀ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਦੇਖਦੀ ਹੈ। ਇਸ ਵੱਲੋਂ ਕਈ ਸਿੱਖਿਆ ਅਤੇ ਸਿਹਤ ਅਦਾਰੇ ਵੀ ਚਲਾਏ ਜਾ ਰਹੇ ਨੇ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਇੱਕ ਖੁਦਮੁਖਤਿਆਰ ਸੰਸਥਾ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ 51 ਮੈਂਬਰ ਚੁਣੇ ਜਾਂਦੇ ਨੇ, ਜਿਨ੍ਹਾਂ 'ਚ 46 ਮੈਂਬਰ ਦਿੱਲੀ ਦੀ ਸਿੱਖ ਸੰਗਤ ਵੱਲੋਂ ਚੁਣੇ ਜਾਂਦੇ ਨੇ। ਇਸ ਤੋਂ ਇਲਾਵਾ 5 ਨਾਮਜ਼ਦ ਮੈਂਬਰ ਹੁੰਦੇ ਨੇ, 2 ਕੋਆਪਸ਼ਨ ਰਾਹੀਂ ਚੁਣੇ ਜਾਂਦੇ ਹਨ। ਸਿੰਘ ਸਭਾ ਗੁਰਦੁਆਰਿਆਂ ਦੇ ਪ੍ਰਧਾਨਾਂ ਵਿੱਚੋਂ 2 ਮੈਂਬਰ ਲਾਟਰੀ ਰਾਹੀਂ ਮਨੋਨੀਤ ਕੀਤੇ ਜਾਂਦੇ ਨੇ। ਇੱਕ ਸ਼੍ਰੋਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਭੇਜਿਆ ਗਿਆ ਨੁਮਾਇੰਦਾ ਹੁੰਦਾ ਹੈ। ਐਕਟ ਮੁਤਾਬਕ ਸਾਬਤ ਸੂਰਤ ਸਿੱਖ ਜਿਸ ਦੀ ਉਮਰ ਘੱਟੋ ਘੱਟ 25 ਸਾਲ ਹੋਵੇ, ਭਾਰਤ ਦਾ ਨਾਗਰਿਕ ਹੋਵੇ, ਵੋਟਰ ਵਜੋਂ ਨਾਮਜ਼ਦ ਹੋਵੇ, ਕੇਸਾਂ ਦੀ ਬੇਅਦਬੀ ਨਾ ਕਰਦਾ ਹੋਵੇ, ਸ਼ਰਾਬ ਸਿਗਰਟ ਤੇ ਕੋਈ ਨਸ਼ਾ ਨਾ ਕਰਦਾ ਹੋਵੇ, ਨੈਤਿਕਤਾ ਦੇ ਆਧਾਰ ਤੇ ਕਿਸੇ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਜਾਂ ਸਰਕਾਰ, ਬੋਰਡ, ਕਮੇਟੀ ਜਾਂ ਕਿਸੇ ਸਥਾਨਕ ਅਥਾਰਟੀ ਵੱਲੋਂ ਨੈਤਿਕਤਾ ਦੇ ਆਧਾਰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਵਿਅਕਤੀ ਨਹੀਂ ਹੋਣਾ ਚਾਹੀਦਾ। ਕਿਸੇ ਵੀ ਗੁਰਦੁਆਰੇ ਨੌਕਰੀ ਪੇਸ਼ਾ ਸੇਵਾਦਾਰ ਨਹੀਂ ਹੋਣਾ ਚਾਹੀਦਾ। ਗੁਰਮੁਖੀ ਪੜ੍ਹਨੀ ਲਿਖਣੀ ਜਾਣਦਾ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਦੇ ਸਮਰੱਥ ਹੋਵੇ। ਐਕਟ ਮੁਤਾਬਕ ਸਾਬਤ ਸੂਰਤ ਸਿੱਖ ਜਿਸ ਦੀ ਉਮਰ 25 ਸਾਲ ਤੋਂ ਘੱਟ ਨਾ ਹੋਵੇ, ਉਹ ਵੋਟ ਕਰ ਸਕਦਾ ਹੈ। ਇਹਨਾਂ ਦਾ ਮੁੱਖ ਉਦੇਸ਼ ਦਿੱਲੀ ਦੇ 10 ਇਤਿਹਾਸਕ ਗੁਰਦੁਆਰਿਆਂ ਦੀ ਸਾਂਭ ਸੰਭਾਲ ਅਤੇ ਇਹਨਾਂ ਦਾ ਪ੍ਰਬੰਧ ਕਰਨਾ ਹੈ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
मैं ये वीडियो खास तौर पर तुहाडे चरणों 'च बेनती करन नूं पा रहा और बड़ी उम्मीद नाल पा रहा है कि तुसीं इहनूं शेयर करोगे। वैसे तुसीं मेरिया वीडियो बहुत शेयर कीतियां ने और मैनूं ये भी याद है कि एक वीडियो तो इन्नी शेयर की सी कि उहदे 1 ਲੱਖ शेयर हो गए सी, 1 ਲੱਖ शेयर। सो मैनूं अज लोड़ आ तुहाडी, मैनूं बहुत जरूरत आ तुहाडी, इस करके मैं तुहानूं बेनती करदा जेकर तुसीं समझदे जे, जेकर तुसीं मेरा साथ दिंदे जे तो अज इस वीडियो नूं मेरी जरूर शेयर करियो जे। तुहानूं पता है 25 तरीक नूं चुनाव आ रहा है, 25 तरीक नूं दिल्ली सिख गुरुद्वारा मैनेजमेंट कमेटी की इलैक्शन है। मैं जिस भी घर च गया है, जिथे भी फोन किया, जिहदे नाल भी गल की, सब ने इक्को गल कही कि असीं तुहाडे नाल आ सिरसा जी, वोटां तो तुहानूं ही पाउणियां ने, वोटां तो तुहानूं ही पाउणियां ने। या उन्होंने ये भी गल कही कि साडे रिश्तेदारां दे फोन आए ने, किसी ने कहा मैनूं विदेश तो फोन आया, किसी ने कहा मैनूं कनेडा तो आया, किसी ने कहा बॉम्बे तो आया, किसी ने कहा हल्द्वानी तो आया, कोई यूपी तो, हर जगह तो रिश्तेदार दस रहे हैं, एक दूजे ने फोन कर रहे हैं और सारे एक दूजे नूं कह रहे हैं कि वोटां जरूर पाओ एरकी। रूस ਅਤੇ ਅਮਰੀਕਾ ਦਰਮਿਆਨ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਯੂਕਰੇਨ ਸਰਹੱਦ ਤੇ ਦੋਵੇਂ ਦੇਸ਼ਾਂ ਦੀਆਂ ਫੌਜਾਂ ਇੱਕ ਦੂਜੇ ਵਿਰੁੱਧ ਖੜੀਆਂ ਹੋ ਗਈਆਂ ਨੇ। ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵੀਰਵਾਰ ਨੂੰ 10 ਰੂਸੀ ਡਿਪਲੋਮੈਟਾਂ ਨੂੰ ਦੇਸ਼ ਚੋਂ ਕੱਢ ਦਿੱਤਾ ਹੈ। ਨਾਲ ਹੀ ਰੂਸ ਦੇ ਕਰੀਬ 3 ਦਰਜਨ ਲੋਕਾਂ ਅਤੇ ਕੰਪਨੀਆਂ ਵਿਰੁੱਧ ਸਖਤ ਪਾਬੰਦੀ ਲਾ ਦਿੱਤੀ ਹੈ। ਅਮਰੀਕਾ ਨੇ ਪਿਛਲੇ ਸਾਲ ਹੋਈਆਂ ਰਾਸ਼ਟਰਪਤੀ ਚੋਣਾਂ 'ਚ ਦਖਲ ਅੰਦਾਜ਼ੀ ਕਰਨ ਅਤੇ ਸੰਘੀ ਏਜੰਸੀਆਂ 'ਚ ਸੰਨ ਲਾਉਣ ਲਈ ਰੂਸ ਨੂੰ ਜਵਾਬਦੇਹੀ ਠਹਿਰਾਉਣ ਦੀ ਦਿਸ਼ਾ 'ਚ ਕਾਰਵਾਈ ਕੀਤੀ। ਕਈ ਹਫ਼ਤਿਆਂ ਤੋਂ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੀ ਕਾਰਵਾਈ ਹੋਣ ਦੇ ਸੰਕੇਤ ਸੀ। ਅਮਰੀਕਾ ਵੱਲੋਂ ਚੋਣਾਂ 'ਚ ਦਖਲ ਅੰਦਾਜ਼ੀ ਅਤੇ ਹੈਕਿੰਗ ਨੂੰ ਲੈ ਕੇ ਜਵਾਬੀ ਕਾਰਵਾਈ ਕਰਦੇ ਹੋਏ ਰੂਸ ਵਿਰੁੱਧ ਪਹਿਲੀ ਵਾਰ ਪਾਬੰਦੀਸ਼ੁਦਾ ਕਾਰਵਾਈ ਕੀਤੀ ਗਈ। ਮੰਨਿਆ ਜਾ ਰਿਹਾ ਹੈ ਕਿ ਰੂਸੀ ਸੰਨ ਨੇ ਵਿਆਪਕ ਤੌਰ ਤੇ ਇਸਤੇਮਾਲ ਹੋਣ ਵਾਲੇ ਸੌਫਟਵੇਅਰ 'ਚ ਸੰਨ ਲਾਈ ਸੀ। ਉਹਨਾਂ ਦਾ ਮਕਸਦ ਘੱਟੋ-ਘੱਟ 9 ਏਜੰਸੀਆਂ ਦੇ ਨੈਟਵਰਕਾਂ ਨੂੰ ਹੈਕ ਕਰਨਾ ਸੀ। ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਹਨਾਂ ਨੇ ਅਮਰੀਕੀ ਸਰਕਾਰ ਦੀ ਗੁਪਤ ਜਾਣਕਾਰੀ ਜਟਾਉਣ ਦੀ ਕੋਸ਼ਿਸ਼ ਕੀਤੀ। ਅਮਰੀਕੀ ਅਧਿਕਾਰੀਆਂ ਨੇ ਪਿਛਲੇ ਮਹੀਨੇ ਦੋਸ਼ ਲਾਇਆ ਸੀ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮਦਦ ਲਈ ਇੱਕ ਮੁਹਿੰਮ ਨੂੰ ਮਨਜ਼ੂਰੀ ਦਿੱਤੀ ਸੀ ਤਾਂ ਕਿ ਟਰੰਪ ਫਿਰ ਤੋਂ ਰਾਸ਼ਟਰਪਤੀ ਬਣ ਸਕੇ। ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਰੂਸ ਜਾਂ ਕਿਸੇ ਹੋਰ ਨੇ ਵੋਟਿੰਗ 'ਚ ਜਾਂ ਨਤੀਜਿਆਂ 'ਚ ਹੇਰਾਫੇਰੀ ਕੀਤੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਭਾਵੇਂ ਟਰੰਪ ਸਰਕਾਰ ਵੇਲੇ ਲਾਗੂ ਜ਼ਿਆਦਾਤਰ ਇਮੀਗ੍ਰੇਸ਼ਨ ਵਿਰੋਧੀ ਨੀਤੀਆਂ ਹਟਾ ਦਿੱਤੀਆਂ ਨੇ, ਪਰ ਪਿਛਲੇ ਸਮੇਂ ਦੌਰਾਨ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਵਿੱਚ ਆਈ ਖੜੋਤ ਕਾਰਨ 26 ਲੱਖ ਅਰਜ਼ੀਆਂ ਦਾ ਵੱਡਾ ਬੈਕਲੌਗ ਖੜਾ ਹੋ ਗਿਆ ਹੈ। ਇਨ੍ਹਾਂ ਵਿੱਚ 5 ਲੱਖ ਅਰਜ਼ੀਆਂ ਅਜਿਹੀਆਂ ਹਨ ਜਿਨ੍ਹਾਂ ਨਾਲ ਸੰਬੰਧਿਤ ਸਾਰੇ ਦਸਤਾਵੇਜ਼ ਦਾਖਲ ਕੀਤੇ ਜਾ ਚੁੱਕੇ ਨੇ ਅਤੇ ਸਿਰਫ ਇੰਟਰਵਿਊ ਦਾ ਸੱਦਾ ਮਿਲਣਾ ਬਾਕੀ ਹੈ। ਵਿਦੇਸ਼ ਵਿਭਾਗ ਦੇ ਅੰਕੜਿਆਂ ਮੁਤਾਬਕ ਵੀਜ਼ਾ ਅਰਜ਼ੀਆਂ ਦਾ ਬੈਕਲੌਗ 4 ਪਹਿਲਾਂ ਦੇ ਮੁਕਾਬਲੇ 1.5 ਤੋਂ 2 ਗੁਣਾ ਤੱਕ ਵੱਧ ਗਿਆ ਹੈ। ਕਈ ਵੀਜ਼ਾ ਸ਼੍ਰੇਣੀ ਵਿੱਚ ਬੈਕਲੌਗ ਵਧਣ ਦਾ ਮੁੱਖ ਕਾਰਨ ਕਰੋਨਾ ਮਹਾਮਾਰੀ ਕਾਰਨ ਲੱਗੀਆਂ ਬੰਦਿਸ਼ਾਂ ਵੀ ਹਨ, ਪਰ ਜ਼ਿਆਦਾਤਰ ਯੋਗਦਾਨ ਡੋਨਾਲਡ ਟਰੰਪ ਵੱਲੋਂ ਲਾਗੂ ਇਮੀਗ੍ਰੇਸ਼ਨ ਵਿਰੋਧੀ ਨੀਤੀਆਂ ਨੇ ਪਾਇਆ। ਟਰੰਪ ਸਰਕਾਰ ਵੇਲੇ ਲਾਗੂ ਸਾਰੀਆਂ ਇਮੀਗ੍ਰੇਸ਼ਨ ਨੀਤੀਆਂ ਖਤਮ ਨਹੀਂ ਕੀਤੀਆਂ ਜਾ ਸਕੀਆਂ ਅਤੇ ਬਾਈਡਨ ਸਰਕਾਰ ਇਹਨਾਂ ਦੀ ਸਮੀਖਿਆ ਕਰ ਰਹੀ ਹੈ। ਪਿਛਲੇ ਹਫ਼ਤੇ ਬਾਈਡਨ ਸਰਕਾਰ ਵੱਲੋਂ ਉਠਾਏ ਗਏ ਅਹਿਮ ਕਦਮ ਤਹਿਤ ਅਮਰੀਕਾ ਵਿੱਚ ਮੌਜੂਦ ਪ੍ਰਵਾਸੀਆਂ ਦੇ ਮੰਗੇਤਰ ਨੂੰ ਵੀਜ਼ਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ। ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਮੰਗੇਤਰ ਵੀਜ਼ਾ ਸ਼੍ਰੇਣੀ ਤੇ ਲੱਗੀਆਂ ਪਾਬੰਦੀਆਂ ਹਟਾਉਣਾ ਦੇਸ਼ ਹਿੱਤ ਵਿੱਚ ਹੈ। ਦੱਸ ਦਈਏ ਕਿ ਜੋ ਬਾਈਡਨ ਨੇ ਸੱਤਾ ਸੰਭਾਲਣ ਮਗਰੋਂ ਇਸਲਾਮਿਕ ਮੁਲਕਾਂ ਤੇ ਲੱਗੀਆਂ ਆਵਾਜਾਈ ਬੰਦਿਸ਼ਾਂ ਖਤਮ ਕਰ ਦਿੱਤੀਆਂ ਸਨ, ਪਰ ਰਿਫਿਊਜੀਆਂ ਦੀ ਗਿਣਤੀ ਵਧਾਉਣ ਦੇ ਮੁੱਦੇ ਤੇ ਹਾਲੇ ਤੱਕ ਫੈਸਲਾ ਨਹੀਂ ਲਿਆ ਜਾ ਸਕਿਆ। ਲਾਹੌਰ ਸਮੇਤ ਹੋਰ ਕਈ ਸ਼ਹਿਰਾਂ 'ਚ ਹਿੰਸਕ ਪ੍ਰਦਰਸ਼ਨਾਂ ਦਾ ਅਸਰ ਵਿਸਾਖੀ ਮਨਾਉਣ ਲਈ ਪਾਕਿਸਤਾਨ ਗਏ ਸਿੱਖ ਜਥੇ ਤੇ ਵੀ ਪਿਆ। ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਦਾਅਵਾ ਕੀਤਾ ਹੈ ਕਿ ਉਹ 800 ਤੋਂ ਜ਼ਿਆਦਾ ਭਾਰਤੀ ਸ਼ਰਧਾਲੂਆਂ ਦੀ ਸੁਰੱਖਿਆ ਲਈ ਪਾਕਿਸਤਾਨ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ। ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਉਹ ਪਾਕਿਸਤਾਨ ਦੇ ਹਾਲਾਤ ਤੇ ਨੇੜਿਓਂ ਨਜ਼ਰ ਰੱਖ ਰਹੇ ਨੇ। ਮੈਂ ਸਿੱਖ ਜਥੇ ਦੇ ਸੰਪਰਕ ਵਿੱਚ ਹਾਂ। ਸ਼ਰਧਾਲੂਆਂ ਦੀ ਸੁਰੱਖਿਆ ਵਤਨ ਵਾਪਸੀ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ। ਵਿਦੇਸ਼ ਮੰਤਰੀ ਦਾ ਇਹ ਜਵਾਬ ਉਸ ਸਮੇਂ ਆਇਆ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਸ਼੍ਰੀ ਜੈ ਸ਼ੰਕਰ ਨੂੰ ਪਾਕਿਸਤਾਨ 'ਚ ਫਸੇ ਸਿੱਖ ਸ਼ਰਧਾਲੂਆਂ ਦੇ ਮਾਮਲਿਆਂ ਨੂੰ ਦੇਖਣ ਦੀ ਬੇਨਤੀ ਕੀਤੀ ਸੀ। ਲੈਂਦੇ ਪੰਜਾਬ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਤਹਿਰੀਕ-ਏ-ਲਬਾਇਕ ਪਾਕਿਸਤਾਨ ਦੇ ਸਮਰਥਕਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਕਰਕੇ ਸਿੱਖ ਸ਼ਰਧਾਲੂਆਂ ਨੂੰ ਹਸਨ ਅਬਦਾਲ ਪਹੁੰਚਣ ਲਈ 14 ਘੰਟਿਆਂ ਦਾ ਸਮਾਂ ਲੱਗਾ, ਜਦਕਿ ਇਹ ਸਫ਼ਰ ਮਸਾਂ 3 ਘੰਟਿਆਂ ਦਾ ਹੈ। ਅਮਰੀਕਾ ਦੇ ਇੱਕ ਚੋਟੀ ਦੇ ਖੂਫੀਆ ਅਧਿਕਾਰੀ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਚੀਨ ਤੇਜ਼ੀ ਨਾਲ ਅਮਰੀਕਾ ਦਾ ਨੇੜਲਾ ਮੁਕਾਬਲੇਬਾਜ਼ ਬਣ ਰਿਹਾ ਹੈ। ਇਸ ਕਾਰਨ ਕਈ ਖੇਤਰਾਂ 'ਚ ਚੁਣੌਤੀਆਂ ਖੜੀਆਂ ਹੋ ਗਈਆਂ ਨੇ। ਇਸ ਤੋਂ ਇਲਾਵਾ ਚੀਨ ਗਲੋਬਲੀ ਨਿਯਮਾਂ 'ਚ ਵੀ ਇਸ ਤਰ੍ਹਾਂ ਨਾਲ ਬਦਲਾਅ ਕਰ ਰਿਹਾ ਹੈ ਜਿਸ ਨਾਲ ਉਸ ਦੀ ਤਾਨਾਸ਼ਾਹੀ ਵਿਵਸਥਾ ਨੂੰ ਫਾਇਦੇ ਮਿਲੇ।
ਰਾਸ਼ਟਰੀ ਖੁਫੀਆ ਡਾਇਰੈਕਟਰ ਐਵਰਲ ਹੈਂਸ ਨੇ ਅਮਰੀਕਾ ਦੇ ਸਾਹਮਣੇ ਦੁਨੀਆ ਭਰ ਤੋਂ ਪੈਦਾ ਹੋ ਰਹੇ ਖਤਰਿਆਂ ਤੇ ਸੈਨੇਟ ਦੀ ਖੁਫੀਆ ਮਾਮਲਿਆਂ ਤੇ ਚੋਣ ਕਮੇਟੀ ਦੇ ਮੈਂਬਰਾਂ ਨੂੰ ਬੁੱਧਵਾਰ ਨੂੰ ਇਹ ਕਿਹਾ ਕਿ ਚੀਨ ਗੁਆਂਢੀ ਦੇਸ਼ਾਂ ਨੂੰ ਵੀ ਆਪਣੀ ਤਾਕਤ ਦਿਖਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਤਾਕਤ ਦਾ ਪ੍ਰਦਰਸ਼ਨ ਕਰਨ ਲਈ ਚੀਨ ਆਪਣੇ ਗੁਆਂਢੀ ਦੇਸ਼ ਦੇ ਵਿਵਾਦਤ ਖੇਤਰਾਂ ਤੇ ਆਪਣਾ ਦਾਅਵਾ ਜਤਾ ਰਿਹਾ ਹੈ। ਹੈਂਸ ਨੇ ਕਿਹਾ ਕਿ ਚੀਨ ਤੋਂ ਇਲਾਵਾ ਰੂਸ, ਈਰਾਨ ਅਤੇ ਉੱਤਰ ਕੋਰੀਆ ਤਿੰਨ ਅਜਿਹੇ ਦੇਸ਼ ਨੇ ਜੋ ਅਮਰੀਕਾ ਦੇ ਸਾਹਮਣੇ ਖਤਰੇ ਪੈਦਾ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਅਫਗਾਨਿਸਤਾਨ, ਇਰਾਕ ਅਤੇ ਸੀਰੀਆ 'ਚ ਲੜਾਈ ਦਾ ਅਮਰੀਕੀ ਬਲਾਂ ਤੇ ਸਿੱਧਾ ਅਸਰ ਪੈ ਰਿਹਾ ਹੈ, ਜਦਕਿ ਪਰਮਾਣੂ ਸੰਪੰਨ ਦੇਸ਼ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਦੁਨੀਆ ਲਈ ਚਿੰਤਾ ਦਾ ਸਬਬ ਬਣਿਆ ਹੋਇਆ ਹੈ। ਇਸਰਾਈਲ, ਈਰਾਨ 'ਚ ਹਿੰਸਾ, ਲੀਬੀਆ 'ਚ ਵਿਦੇਸ਼ੀ ਤਾਕਤਾਂ ਦੀਆਂ ਗਤੀਵਿਧੀਆਂ ਅਤੇ ਅਫਰੀਕਾ ਅਤੇ ਪੱਛਮੀ ਏਸ਼ੀਆ ਸਮੇਤ ਹੋਰ ਇਲਾਕਿਆਂ 'ਚ ਸੰਘਰਸ਼ ਦੇ ਵਧਣ ਦਾ ਖਦਸ਼ਾ ਹੈ। ਬ੍ਰਿਟੇਨ ਵੱਲੋਂ ਅਮਰੀਕੀ ਫੌਜੀਆਂ ਦੀ ਵਾਪਸੀ ਲਈ ਯੋਜਨਾਵਾਂ ਦੇ ਬਾਅਦ ਅਫਗਾਨਿਸਤਾਨ ਤੋਂ ਲਗਭਗ ਆਪਣੇ ਸਾਰੇ ਬਾਕੀ ਫੌਜੀਆਂ ਨੂੰ ਵਾਪਸ ਬੁਲਾਇਆ ਜਾਵੇਗਾ। ਇਸ ਦੀ ਪੁਸ਼ਟੀ ਬ੍ਰਿਟੇਨ ਦੇ ਰੱਖਿਆ ਸਕੱਤਰ ਬੇਨ ਵਾਲਸ ਵੱਲੋਂ ਕੀਤੀ ਗਈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਐਲਾਨ ਕੀਤਾ ਕਿ 11 ਸਤੰਬਰ 2021 ਤੱਕ ਅਮਰੀਕਾ ਦੇ ਸਾਰੇ ਫੌਜੀਆਂ ਨੂੰ ਅਫਗਾਨਿਸਤਾਨ ਵਿੱਚੋਂ ਵਾਪਸ ਬੁਲਾ ਲਿਆ ਜਾਵੇਗਾ। ਬ੍ਰਿਟਿਸ਼ ਫੌਜਾਂ ਨੂੰ ਪਹਿਲੀ ਵਾਰ ਅਕਤੂਬਰ 2001 ਵਿੱਚ 19/11 ਦੇ ਹਮਲਿਆਂ ਤੋਂ ਬਾਅਦ ਅਫਗਾਨਿਸਤਾਨ ਵਿੱਚ ਤਾਇਨਾਤ ਕੀਤਾ ਗਿਆ ਸੀ ਅਤੇ ਫੌਜੀਆਂ ਨੇ ਉਦੋਂ ਤੋਂ ਹੀ ਆਪਣੀ ਮੌਜੂਦਗੀ ਬਣਾਈ ਰੱਖੀ ਹੈ। ਇਸ ਦੌਰਾਨ ਕੁੱਲ 456 ਫੌਜੀ ਮਾਰੇ ਗਏ ਹਨ ਤੇ ਬਹੁਤ ਸਾਰੇ ਜ਼ਖਮੀ ਨੇ। ਅਫਗਾਨਿਸਤਾਨ ਵਿੱਚ ਲਗਭਗ ਸਾਰੀਆਂ ਨਾਟੋ ਫੌਜਾਂ ਅਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਫੌਜੀਆਂ ਦੀ ਕੁੱਲ ਗਿਣਤੀ 7000 ਤੋਂ ਘੱਟ ਹੈ ਅਤੇ ਹੁਣ ਉਹਨਾਂ ਦੇ ਨਾਲ ਅਮਰੀਕਾ ਵੀ ਵਾਪਸ ਚਲੇ ਜਾਣਗੇ। ਹਾਲਾਂਕਿ ਇਹ ਸੰਭਵ ਹੈ ਕਿ ਬ੍ਰਿਟਿਸ਼ ਸਣੇ ਵਿਸ਼ੇਸ਼ ਫੌਜਾਂ ਦੀਆਂ ਇਕਾਈਆਂ ਪਿਛਲੀ ਟਰੰਪ ਸਰਕਾਰ ਦੀ ਵਾਪਸੀ ਯੋਜਨਾ ਦੇ ਅਨੁਸਾਰ ਤਾਲਿਬਾਨ ਅਤੇ ਇਸ ਦੇ ਸਹਿਯੋਗੀ ਦੇਸ਼ਾਂ ਵਿਰੁੱਧ ਅਫਗਾਨ ਫੌਜਾਂ ਦਾ ਸਮਰਥਨ ਕਰਨ ਲਈ ਪਿੱਛੇ ਰਹਿਣਗੀਆਂ, ਪਰ ਪੈਂਟਾਗਨ ਨੇ ਇਸ ਮੁੱਦੇ ਤੇ ਅਜੇ ਕੋਈ ਟਿੱਪਣੀ ਨਹੀਂ ਕੀਤੀ। ਅਮਰੀਕੀ ਸੰਸਦ ਮੈਂਬਰ ਨੇ ਵਿਸਾਖੀ ਦੇ ਤਿਉਹਾਰ ਦੀ ਅਹਿਮੀਅਤ ਨੂੰ ਮਾਨਤਾ ਦੇਣ ਅਤੇ ਇਸ ਨੂੰ ਮਨਾਉਣ ਵਾਲਿਆਂ ਲਈ ਪ੍ਰਤੀਨਿਧ ਸਭਾ 'ਚ ਇੱਕ ਪ੍ਰਸਤਾਵ ਪੇਸ਼ ਕੀਤਾ। ਸੰਸਦ ਮੈਂਬਰ ਜੋਹਨ ਗੈਰਮੈਂਡੀ ਨੇ ਸਦਨ ਵਿੱਚ ਵਿਸਾਖੀ ਪ੍ਰਸਤਾਵ ਨੂੰ ਮੁੜ ਤੋਂ ਪੇਸ਼ ਕਰਨ ਦੌਰਾਨ ਕਿਹਾ ਕਿ ਇਹ ਪ੍ਰਸਤਾਵ ਵਿਸਾਖੀ ਦੇ ਤਿਉਹਾਰ ਦੇ ਇਤਿਹਾਸਕ, ਸੱਭਿਆਚਾਰਕ ਅਤੇ ਧਾਰਮਿਕ ਮਹੱਤਤਾ ਨੂੰ ਸਵੀਕਾਰ ਕਰਦਾ ਹੈ। ਵਿਸਾਖੀ ਸਿੱਖਾਂ, ਹਿੰਦੂਆਂ ਅਤੇ ਬੁੱਧ ਧਰਮ ਦੇ ਲੋਕਾਂ ਲਈ ਬਸੰਤ ਦੇ ਮੌਸਮ ਦੀ ਫਸਲ ਦੀ ਕਟਾਈ ਦਾ ਤਿਉਹਾਰ ਹੈ। 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਥਾਪਨਾ ਕੀਤੇ ਜਾਣ ਦੀ ਯਾਦ ਵੀ ਤਾਜ਼ਾ ਕਰਦਾ ਹੈ। ਕੈਲੀਫੋਰਨੀਆ ਵਿੱਚ ਕਾਂਗਰਸ ਦੇ ਮੈਂਬਰ ਗੈਰਮੈਂਡੀ ਸਦਨ ਦੇ ਸਿੱਖ ਕਾਕਸ ਦੇ ਉਪ ਮੁਖੀ ਵੀ ਹਨ। ਅਮਰੀਕੀ ਸਿੱਖਾਂ ਲਈ ਇਹ ਉਦੋਂ ਹੋਰ ਵੀ ਖਾਸ ਬਣ ਗਿਆ ਜਦੋਂ ਦੋ ਅਮਰੀਕੀ ਕਾਂਗਰਸੀ ਮੈਂਬਰਾਂ ਡੇਵਿਡ ਜੀ ਵਾਲਡਾਓ ਅਤੇ ਜੋਹਨ ਗੈਰਮੈਂਡੀ ਨੇ ਅਮਰੀਕੀ ਸੰਸਦ ਵਿੱਚ ਸਾਂਝਾ ਮਤਾ ਪੇਸ਼ ਕਰਕੇ ਵਿਸਾਖੀ ਨੂੰ ਇਤਿਹਾਸਕ, ਸੱਭਿਆਚਾਰਕ ਅਤੇ ਧਾਰਮਿਕ ਮਹੱਤਤਾ ਵਾਲੇ ਵਿਸ਼ੇਸ਼ ਤਿਉਹਾਰ ਵਜੋਂ ਮਾਨਤਾ ਦਵਾ ਕੇ ਸਿੱਖ ਭਾਈਚਾਰੇ ਨੂੰ ਵੱਡਾ ਮਾਣ ਦਿੱਤਾ। ਇਸ ਫੈਸਲੇ ਕਾਰਨ ਅਮਰੀਕੀ ਸਿੱਖਾਂ 'ਚ ਖੁਸ਼ੀ ਪਾਈ ਜਾ ਰਹੀ ਹੈ ਅਤੇ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ ਕਿਉਂਕਿ ਦੁਨੀਆ ਦੇ ਸਭ ਤੋਂ ਤਾਕਤਵਰ ਅਤੇ ਅਮੀਰ ਦੇਸ਼ ਵੱਲੋਂ ਸਿੱਖਾਂ ਦੇ ਮੁੱਖ ਤਿਉਹਾਰ ਵਿਸਾਖੀ ਦੀ ਮਹੱਤਤਾ ਨੂੰ ਮਾਣ ਦੇ ਕੇ ਸਮੁੱਚੀ ਦੁਨੀਆ ਵਿੱਚ ਸਿੱਖ ਭਾਈਚਾਰੇ ਦਾ ਸਿਰ ਉੱਚਾ ਕੀਤਾ ਗਿਆ ਹੈ। ਅਮਰੀਕਾ 'ਚ ਗੈਰ ਗੋਰੇ ਜਾਰਜ ਫਲਾਇਡ ਦੀ ਮੌਤ ਦੇ ਮਾਮਲੇ 'ਚ ਸਾਬਕਾ ਪੁਲਿਸ ਅਧਿਕਾਰੀ ਡੈਰੇਕ ਚੌਵਿਨ ਵਿਰੁੱਧ ਮੁਕੱਦਮੇ ਦੀ ਸੁਣਵਾਈ ਵਿੱਚ ਇੱਕ ਫਾਰੈਂਸਿਕ ਪੈਥੋਲੋਜਿਸਟ ਨੇ ਕਿਹਾ ਕਿ ਦਿਲ ਸੰਬੰਧੀ ਦਿੱਕਤਾਂ ਕਾਰਨ ਫਲਾਇਡ ਦੀ ਮੌਤ ਹੋਈ। ਮੁਕੱਦਮਾ ਮਾਹਿਰ ਨੇ ਕਿਹਾ ਕਿ ਪੁਲਿਸ ਅਧਿਕਾਰੀ ਵੱਲੋਂ ਫਲਾਇਡ ਦੇ ਸਿਰ ਤੇ ਗੋਡਾ ਰੱਖਣ ਨਾਲ ਆਕਸੀਜਨ ਦੀ ਕਮੀ ਕਾਰਨ ਉਸ ਦੀ ਮੌਤ ਹੋਈ, ਜਦਕਿ ਫਾਰੈਂਸਿਕ ਪੈਥੋਲੋਜਿਸਟ ਨੇ ਕਿਹਾ ਕਿ ਫਲਾਇਡ ਦਾ ਦਿਲ ਸੰਬੰਧੀ ਦਿੱਕਤਾਂ ਕਾਰਨ ਅਚਾਨਕ ਸਾਹ ਲੈਣ 'ਚ ਰੁਕਾਵਟ ਆਉਣ ਨਾਲ ਮੌਤ ਹੋਈ। ਮੈਰੀਲੈਂਡ ਦੇ ਸਾਬਕਾ ਚੀਫ ਮੈਡੀਕਲ ਅਧਿਕਾਰੀ ਡਾਕਟਰ ਡੇਵਿਡ ਫੈਲੋਰ ਨੇ ਬੁੱਧਵਾਰ ਨੂੰ ਕਿਹਾ ਕਿ ਫਲਾਇਡ ਦੇ ਸਰੀਰ 'ਚ ਫੈਟਾਨਾਈਲ ਅਤੇ ਮੈਥਾਮਫੈਟਾਮਾਈਨ ਦੀ ਮੌਜੂਦਗੀ ਤੇ ਤੇਜ਼ੀ ਨਾਲ ਸਾਹ ਲੈਣ ਕਾਰਨ ਕਾਰਬਨ ਮੋਨੋਆਕਸਾਈਡ ਜਾਣ ਕਾਰਨ ਪਿਛਲੇ ਸਾਲ ਮਈ 'ਚ ਫਲਾਇਡ ਦੀ ਮੌਤ ਹੋਈ। ਬਚਾਅ ਪੱਖ ਦੀਆਂ ਦਲੀਲਾਂ ਦੌਰਾਨ ਫਲੋਰ ਨੇ ਕਿਹਾ ਕਿ ਇਹਨਾਂ ਸਾਰੇ ਕਾਰਨਾਂ ਕਾਰਨ ਫਲਾਈਟ ਦੀ ਮੌਤ ਹੋਈ ਸੀ। ਫਲੋਰ ਨੇ ਕਿਹਾ ਕਿ ਉਹ ਮੌਤ ਦੇ ਮਾਮਲੇ ਵਿੱਚ ਇਰਾਦਤਨ ਸ਼੍ਰੇਣੀ 'ਚ ਰੱਖਣ ਦੀ ਥਾਂ ਅਨਿਰਧਾਰਤ ਸ਼੍ਰੇਣੀ 'ਚ ਰੱਖਣ ਦੀ ਬੇਨਤੀ ਕਰਦੇ ਨੇ। ਅਮਰੀਕਾ ਦਾ ਸਿਟੀ ਬੈਂਕ ਹੁਣ ਭਾਰਤ ਤੋਂ ਆਪਣਾ ਕਾਰੋਬਾਰ ਸਮੇਟ ਰਿਹਾ ਹੈ। ਸਿਟੀ ਗਰੁੱਪ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਗਰੁੱਪ ਹੁਣ ਭਾਰਤ ਸਮੇਤ 13 ਇੰਟਰਨੈਸ਼ਨਲ ਕੰਜ਼ਿਊਮਰ ਬੈਂਕਿੰਗ ਮਾਰਕੀਟ ਤੋਂ ਬਾਹਰ ਨਿਕਲੇਗਾ, ਖਾਸ ਕਰਕੇ ਜਿੱਥੇ ਇਸ ਦਾ ਬਿਜ਼ਨਸ ਛੋਟੇ ਪੱਧਰ ਤੇ ਹੈ। ਸਿਟੀ ਗਰੁੱਪ ਹੁਣ ਵੈਲਥ ਮੈਨੇਜਮੈਂਟ ਕਾਰੋਬਾਰ ਤੇ ਫੋਕਸ ਕਰਨ ਦੀ ਤਿਆਰੀ 'ਚ ਹੈ। ਦੱਸ ਦਈਏ ਕਿ ਭਾਰਤ ਦੀ ਸਿਟੀ ਗਰੁੱਪ ਦੀ ਐਂਟਰੀ 1902 'ਚ ਹੋਈ ਸੀ ਅਤੇ ਇਸਨੇ ਕੰਜ਼ਿਊਮਰ ਬੈਂਕਿੰਗ ਕਾਰੋਬਾਰ 1985 'ਚ ਸ਼ੁਰੂ ਕੀਤਾ ਸੀ। ਸਿਟੀ ਗਰੁੱਪ ਦੇ ਫੈਸਲੇ ਦੇ ਪਿੱਛੇ ਕਾਰੋਬਾਰ ਲਈ ਘੱਟ ਮੌਕੇ ਜਾਂ ਭਾਰਤ ਵਿੱਚ ਲਾਗੂ ਬੈਂਕਿੰਗ ਨਿਯਮ ਦੱਸੇ ਜਾ ਰਹੇ ਨੇ। ਭਾਰਤੀ ਬੈਂਕਿੰਗ ਰੈਗੂਲੇਟਰ ਵੱਲੋਂ ਵਿਦੇਸ਼ੀ ਬੈਂਕਾਂ ਨੂੰ ਦੇਸ਼ 'ਚ ਬ੍ਰਾਂਚ ਵਧਾਉਣ ਜਾਂ ਮਿਸ਼ਰਣ ਦੀ ਛੋਟ ਨਹੀਂ ਹੈ। ਅਜਿਹੇ 'ਚ ਵਿਦੇਸ਼ੀ ਬੈਂਕ ਲਈ ਭਾਰਤ 'ਚ ਕਾਰੋਬਾਰੀ ਵਿਸਤਾਰ ਮੁਸ਼ਕਲ ਹੁੰਦਾ ਹੈ। ਐਕਸਪਰਟਸ ਦਾ ਕਹਿਣਾ ਹੈ ਕਿ ਸਿਟੀ ਬੈਂਕ ਉਮੀਦ ਮੁਤਾਬਕ ਗਾਹਕ ਵੀ ਨਹੀਂ ਜੋੜ ਪਾਇਆ।
ਸੰਯੁਕਤ ਅਰਬ ਅਮੀਰਾਤ ਵਿੱਚ 6 ਭਾਰਤੀਆਂ ਨੇ ਸੰਯੁਕਤ ਰੂਪ ਨਾਲ 10 ਲੱਖ ਦਿਰਹਮ ਦਾ 1 ਲੱਕੀ ਡਰਾਅ ਜਿੱਤਿਆ। ਸਾਰੇ 6 ਮੁਕਾਬਲੇਬਾਜ਼ਾਂ ਨੇ 6 ਅੰਕਾਂ ਵਿੱਚੋਂ 5 ਦਾ ਮਿਲਾਨ ਕਰਕੇ ਦੂਜਾ ਇਨਾਮ ਜਿੱਤਿਆ, ਜਿਸ ਵਿੱਚ ਉਹਨਾਂ ਨੂੰ 10 ਲੱਖ ਦਿਰਹਮ ਮਿਲੇ ਹਨ। ਇਨ੍ਹਾਂ ਵਿੱਚੋਂ 6 ਵਿਅਕਤੀ ਕੇਰਲ ਤੋਂ ਹਨ। 69 ਸਾਲਾ UAE ਨਿਵਾਸੀ ਰਾਬਰਟ, ਜੋ ਪਹਿਲੀ ਵਾਰ ਡਰਾਅ ਵਿੱਚ ਹਿੱਸਾ ਲੈ ਰਹੇ ਸਨ, ਨੇ ਕਿਹਾ ਕਿ ਮੇਰੇ ਕੁਝ ਸਾਥੀ ਖੇਡਦੇ ਹਨ, ਇਸ ਲਈ ਮੈਂ ਵੀ ਇਸ ਵਿੱਚ ਹੱਥ ਅਜ਼ਮਾਉਣ ਦਾ ਫੈਸਲਾ ਕੀਤਾ। ਮੂਲ ਰੂਪ ਨਾਲ ਕੇਰਲ ਦੇ ਰਹਿਣ ਵਾਲੇ ਰਾਬਰਟ UAE ਵਿੱਚ 40 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਰਹਿ ਰਹੇ ਨੇ। ਰਾਬਰਟ ਦੀਆਂ 2 ਧੀਆਂ ਨੇ, ਇੱਕ ਆਬੂ ਧਾਬੀ ਵਿੱਚ ਅਤੇ ਇੱਕ ਅਮਰੀਕਾ ਵਿੱਚ। ਜਿੱਤ ਬਾਰੇ ਪੁੱਛੇ ਜਾਣ ਤੇ ਰਾਬਰਟ ਨੇ ਕਿਹਾ, ਮੇਰੀ ਧੀ ਦਾ ਵਿਆਹ ਜਲਦ ਹੋਣ ਵਾਲਾ ਹੈ, ਇਸ ਲਈ ਮੈਂ ਉਹਨਾਂ ਨੂੰ ਪੈਸੇ ਦੇ ਦੇਵਾਂਗਾ। ਇੱਕ ਹੋਰ ਜੇਤੂ ਮੁਹੰਮਦ, ਜੋ ਕਿ ਕੇਰਲ ਦਾ ਰਹਿਣ ਵਾਲਾ ਹੈ, ਨੇ ਬੀਮਾ ਇੰਡਸਟਰੀ ਵਿੱਚ ਕੰਮ ਕਰਦਿਆਂ ਮਿਡਲ ਈਸਟ ਵਿੱਚ 12 ਸਾਲ ਬਿਤਾਏ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰਨ ਕੌਰ ਮਾਨੂ ਦੀ ਆਗਿਆ। ਦੇਖਦੇ ਰਹੋ ਪੰਜਾਬ ਮੇਲ USA TV ਤੇ ਸਾਡਾ YouTube ਚੈਨਲ ਪੰਜਾਬ ਮੇਲ USA TV, ਉਸ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਹੋਰ ਵੀ ਤਾਜ਼ਾ ਖਬਰਾਂ ਦੇ ਲਈ।